ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਇਮੀਗ੍ਰੇਸ਼ਨ ਗੁਰੂ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਇਮੀਗ੍ਰੇਸ਼ਨ ਗੁਰੂ ਦੇ ਵਿੱਚ ਅਸੀਂ ਹਰ ਹਫ਼ਤੇ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਅੱਜ ਵੀ ਕੁਝ ਨਵੀਆਂ ਇਮੀਗ੍ਰੇਸ਼ਨ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕਿਉਂਕਿ ਹੁਣੇ ਨਵੀਂ ਸਰਕਾਰ ਨੇ ਸਹੁੰ ਚੁੱਕੀ ਹੈ ਅਤੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਉਹ ਵੀ ਹੁਣ ਬਦਲ ਚੁੱਕੇ ਨੇ। ਸੋ ਨਵੇਂ ਇਮੀਗ੍ਰੇਸ਼ਨ ਮੰਤਰੀ ਆਏ ਨੇ। ਸੋ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਵੀਆਂ ਚੇਂਜਿਸ ਜਾਂ ਕੀ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੋਣਗੇ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਸੋ ਸਟੂਡੀਓ ਵਿੱਚ ਅੱਜ ਮੇਰੇ ਨਾਲ ਫਿਰ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਅਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਕੀ ਨਵੀਆਂ ਅਪਡੇਟਸ ਨੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਯਾਨੀ ਮਨੂ ਦੱਤਾ ਅਤੇ RD ਸਾਹਿਬ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਯਰ ਸਿਮਰਤ। ਥੈਂਕ ਯੂ, ਯੂ ਆਰ ਵੈਲਕਮ ਸਰ। ਅੱਛਾ ਮਨੂ ਜੀ, ਜਦੋਂ ਵੀ ਨਵੇਂ ਇਮੀਗ੍ਰੇਸ਼ਨ ਮੰਤਰੀ ਆਉਂਦੇ ਨੇ, ਹਮੇਸ਼ਾ ਹੀ ਇਹ ਐਕਸਪੈਕਟੇਸ਼ਨਸ ਹੁੰਦੀਆਂ ਨੇ ਵੀ ਕੁਝ ਨਾ ਕੁਝ ਨਵਾਂ ਹੋਵੇਗਾ। ਸੋ ਹੁਣ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਵੀ ਨਵੀਂ ਕੈਬਨਿਟ ਹੁਣ ਬਣੀ ਹੈ, ਸੋ ਨਵੇਂ ਇਮੀਗ੍ਰੇਸ਼ਨ ਮੰਤਰੀ ਵੀ ਹੁਣ ਆ ਗਏ ਨੇ। ਸੋ ਤੁਹਾਨੂੰ ਕੀ ਲੱਗਦਾ ਵੀ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਵੀ ਕੀ ਐਕਸਪੈਕਟੇਸ਼ਨਸ ਨੇ, ਵੀ ਕੀ ਕੋਈ ਨਵੀਂ ਚੀਜ਼ ਅਪਡੇਟ ਆ ਸਕਦੀ ਹੈ? ਸਿਮਰਤ ਜੀ, ਮੈਂ ਇੱਕ ਚੀਜ਼ ਦਾ ਬੜਾ ਫਰਮ ਬਲੀਵਰ ਹੈਗਾ ਕਿ ਕਦੀ ਵੀ ਕੋਈ ਨਵਾਂ ਮੰਤਰੀ, ਕੋਈ ਨਵੀਂ ਸ਼ਖਸ ਕੋਈ ਪੋਜੀਸ਼ਨ 'ਤੇ ਆਉਂਦਾ ਹੈਗਾ ਤਾਂ ਆ ਕੇ ਆਪਣੇ ਚੇਂਜਸ ਲੈ ਕੇ ਆਉਂਦੇ ਨੇ, ਨਵੀਂ એનર્ਜੀ ਲੈ ਕੇ ਆਉਂਦੇ ਨੇ, ਆਪਣੇ ਆਈਡੀਆਜ਼ ਲੈ ਕੇ ਆਉਂਦੇ ਨੇ। ਬਿਕੋਜ਼ ਜਿਹੜੇ ਪੁਰਾਣੇ ਮੰਤਰੀ ਸੀਗੇ ਜਾਂ ਪੁਰਾਣੇ ਲੀਡਰ ਸੀਗੇ, ਉਹ ਇੱਕ ਡਿਫਰੈਂਟ ਆਈਡੀਓਲੋਜੀ ਨਾਲ ਚੱਲ ਰਹੇ ਸੀਗੇ। ਤਾਂ ਜਦੋਂ ਵੀ ਕੋਈ ਨਵਾਂ ਸ਼ਖਸ ਆਉਂਦਾ ਹੈਗਾ ਤਾਂ ਉਹ ਉਸ એનર્ਜੀ ਦੇ ਨਾਲ ਆਉਂਦਾ, ਉਸ ਵਿਗਰ ਦੇ ਨਾਲ ਆਉਂਦਾ। ਐਂਡ ਹੁਣ ਸੀਨ ਫਰੇਜ਼ਰ ਸਾਹਿਬ ਆਏ ਨੇ। ਸਭ ਤੋਂ ਪਹਿਲਾਂ ਤਾਂ ਦੇਖੋ ਕਿ ਬੜੇ ਅਰਸੇ ਦੇ ਬਾਅਦ ਜਿਹੜੀ ਇਮੀਗ੍ਰੇਸ਼ਨ ਮੰਤਰਾਲਾ ਹੈਗਾ ਉਹ ਟੋਰਾਂਟੋ ਨੂੰ ਛੱਡ ਕੇ ਬਾਹਰ ਗਿਆ। ਹਾਂਜੀ, ਐਂਡ ਗਿਆ ਵੀ ਕਿਤੇ ਹੈ ਐਟਲਾਂਟਿਕ ਦੇ ਵਿੱਚ। ਐਟਲਾਂਟਿਕ ਦੇ ਵਿੱਚ ਵੀ ਇੱਕ ਛੋਟੀ ਜਿਹੀ ਕੌਂਸਟੀਟੂਐਂਸੀ, ਉੱਥੇ ਛੋਟੀ ਕੌਂਸਟੀਟੂਐਂਸੀ ਤਾਂ ਨਹੀਂ ਹੈਗੀ, ਕੌਂਸਟੀਟੂਐਂਸੀ ਬੜੀ ਲਾਰਜ ਹੈਗੀ ਕਿ ਉਹ ਏਰੀਆ ਕਾਫੀ ਜ਼ਿਆਦਾ ਹੈਗਾ। ਬੜੀ ਮਾਣ ਵਾਲੀ ਗੱਲ ਹੋਈ ਜੀ। ਐਬਸੋਲੂਟਲੀ ਸਿਮਰਤ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਐਂਡ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਜੀ ਕਿ ਹੈਲੀਫੈਕਸ ਦੇ ਨਾਲ ਉਹਨਾਂ ਦੀ ਨੋਵਾ ਸੈਂਟਰ ਦੇ ਵਿੱਚੋਂ ਰਿਪਰੈਜ਼ੈਂਟ ਕਰਦੇ ਨੇ। ਠੀਕ ਹੈ। 37 ਇਅਰਸ 올ਡ ਹੈਗੇ ਨੇ, ਲਾਇਰ ਬਾਏ ਪ੍ਰੋਫੈਸ਼ਨਸ ਹੈਗੇ ਨੇ, ਕਮਿਊਨਿਟੀ ਨਾਲ ਜੁੜੇ ਹੋਏ ਨੇ, ਉੱਥੇ ਬਿਜ਼ਨਸਿਸ ਨਾਲ ਜੁੜੇ ਹੋਏ ਨੇ। ਉਹ ਜਾਣਦੇ ਨੇ ਕਿ ਉੱਥੋਂ ਲੋਕਲ ਕੀ ਸ਼ਾਰਟੇਜਸ, ਕੀ ਲੇਬਰ ਰਿਕੁਆਇਰਮੈਂਟਸ ਇੰਪਲੋਇਰਸ ਉੱਥੇ ਫੀਲ ਕਰ ਰਹੇ ਨੇ। ਉਹ ਇਹ ਵੀ ਜਾਣਦੇ ਨੇ ਕਿ ਜਿੰਨੇ ਵੀ ਇਮੀਗ੍ਰੈਂਟਸ ਆਉਂਦੇ ਨੇ ਉਹ ਆ ਕੇ ਉਹਨਾਂ ਦੀ ਫਸਟ ਡੈਸਟੀਨੇਸ਼ਨ ਚੁਆਇਸ ਹੁੰਦਾ ਹੈਗਾ ਗ੍ਰੇਟਰ ਵੈਂਕੂਵਰ ਏਰੀਆ, ਗ੍ਰੇਟਰ ਟੋਰਾਂਟੋ ਏਰੀਆ, ਫਿਰ ਕੁਛ ਦਾ ਮੌਂਟਰੀਅਲ ਤੇ ਕੁਛ ਦਾ ਐਡਮਿੰਟਨ। ਆਹੀ 4-5 ਸ਼ਹਿਰ ਹੈਗੇ ਨੇ ਜਿਨ੍ਹਾਂ ਦੇ ਉੱਤੇ ਆ ਕੇ ਇਮੀਗ੍ਰੈਂਟਸ ਫੋਕਸ ਕਰਦੇ ਨੇ। ਸੋ ਆਈ ਥਿੰਕ ਉਹਨਾਂ ਵਾਸਤੇ ਇੱਕ ਬੜਾ ਮਾਣ ਦੀ ਗੱਲ ਹੈਗੀ ਹੈ, ਨੋਵਾ ਸਕੋਸ਼ੀਆ ਦੇ ਰੈਜ਼ੀਡੈਂਟਸ ਵਾਸਤੇ ਬੜੀ ਮਾਣ ਦੀ ਗੱਲ ਹੈਗੀ ਕਿ ਇੱਕ ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਇੱਕ ਸੀਨ ਫਰੇਜ਼ਰ ਸਾਹਿਬ ਇਮੀਗ੍ਰੇਸ਼ਨ ਮੰਤਰੀ ਬਣੇ ਨੇ ਐਂਡ ਅੰਡਰਸਟੈਂਡ ਕਰਦੇ ਨੇ ਲੋਕਲ ਗਰਾਊਂਡ ਰਿਐਲਿਟੀਜ਼ ਨੂੰ। ਉਹਦੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਹੀ ਨੋਜ਼ ਕਿ ਕਿਸ ਤਰ੍ਹਾਂ ਦੀ ਸ਼ਾਰਟੇਜਸ ਅਟਲਾਂਟਿਕ ਦੇ ਵਿੱਚ ਫੇਸ ਹੁੰਦੇ ਰਹੀਆਂ। ਸੋ ਹੁਣ ਜਿਹੜਾ ਫੋਕਸ ਹੈਗਾ ਵਾਪਸ ਅਟਲਾਂਟਿਕ ਪ੍ਰੋਗਰਾਮਸ ਦੇ ਉੱਤੇ ਚਲਾ ਜਾਏਗਾ। ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ ਐਂਡ ਪ੍ਰਿੰਸ ਐਡਵਰਡ ਆਈਲੈਂਡ। ਸਿਮਰਤ ਜੀ, ਅੱਜ ਦੀ ਤਰੀਕ ਦੇ ਵਿੱਚ ਵੀ ਬੇਇੰਤਹਾ ਸ਼ਾਰਟੇਜਸ ਉੱਥੇ ਮਹਿਸੂਸ ਕੀਤੀਆਂ ਜਾ ਰਹੀਆਂ ਹੈਗੀਆਂ। ਐਂਡ ਅੱਜ ਦੀ ਤਰੀਕ ਦੇ ਵਿੱਚ ਵੀ ICC ਇਮੀਗ੍ਰੇਸ਼ਨ ਕੋ ਕਾਫੀ ਸਾਰੀਆਂ ਓਪਨਿੰਗਸ ਮੌਜੂਦ ਹੈਗੀਆਂ ਹੈਲਥ ਸੈਕਟਰ ਦੀਆਂ। ਜੇ ਤੁਹਾਡਾ ਐਕਸਪੀਰੀਅੰਸ ਹੈਲਥ ਸੈਕਟਰ ਦੇ ਵਿੱਚ ਹੈਗਾ, ਤੁਸੀਂ ਨਰਸ ਹੈਗੇ ਹੋ, ਤੁਸੀਂ 2 ਸਾਲ ਦਾ ਤਜਰਬਾ ਹੈਗਾ, ਬੈਚਲਰਸ ਕੀਤੀ ਹੋਈ ਹੈ ਨਰਸਿੰਗ ਦੇ ਵਿੱਚ, ਆਈਲੈਟਸ ਕੀਤਾ ਹੋਇਆ, ਅਤੇ ਆਪਣਾ CV ਸਾਨੂੰ ਫਾਰਵਰਡ ਕਰ ਦਿਓ। CV ਦੇ ਵਿੱਚ ਸਬਜੈਕਟ ਲਾਈਨ ਦੇ ਵਿੱਚ ਮੈਂਸ਼ਨ ਕਿ ਹੈਲਥ ਸਰਵਿਸਿਜ਼ ਵਾਸਤੇ। ਇਸੇ ਤਰ੍ਹਾਂ ਹੌਸਪਿਟੈਲਿਟੀ ਸੈਕਟਰ ਵਾਸਤੇ ਸਾਡੇ ਕੋਲ ਕਾਫੀ ਸਾਰੀਆਂ ਓਪਨਿੰਗਸ ਮੌਜੂਦ ਹੈਗੀਆਂ। ਹੁਣ ਹੈਲਥ ਸੈਕਟਰ ਦੇ ਵਿੱਚ ਤਾਂ ਘੱਟੋ ਘੱਟ ਗ੍ਰੈਜੂਏਸ਼ਨ ਦੀ ਲੋੜ ਸੀਗੀ। ਹੌਸਪਿਟੈਲਿਟੀ ਸੈਕਟਰ ਵਾਸਤੇ ਘੱਟੋ ਘੱਟ ਗ੍ਰੇਡ 12 ਦੀ ਲੋੜ ਹੈਗੀ ਹੈ। ਸੋ ਗ੍ਰੇਡ 12 ਤੋਂ ਜ਼ਿਆਦਾ ਕੀਤਾ ਹੋਇਆ, ਗ੍ਰੇਡ ਜੇ ਘੱਟ ਹੈਗਾ ਤੇ ਤੁਹਾਡੇ ਵਾਸਤੇ ਓਪਰਚੁਨਿਟੀ ਵਰਕ ਨਹੀਂ ਕਰੇਗੀ। ਐਂਡ ਉੱਥੇ ਸਾਡੇ ਕੋਲ ਇਸ ਟਾਈਮ ਕੁਕਸ ਦੀਆਂ, ਸ਼ੈਫਸ ਦੀਆਂ, ਬੇਕਰਸ ਦੀਆਂ, ਅਸਿਸਟੈਂਟ ਕੁੱਕ, ਲਾਈਨ ਕੁੱਕ, ਪ੍ਰੈਪ ਕੁੱਕ ਦੀਆਂ ਓਪਨਿੰਗਸ ਹੈਗੀਆਂ ਹੌਸਪਿਟੈਲਿਟੀ ਸੈਕਟਰ ਦੇ ਵਿੱਚ। ਨਾਲ ਦੀ ਨਾਲ ਹੋਟਲਸ ਦੇ ਵਿੱਚ ਸਾਡੇ ਕੋਲ ਫਰੰਟ ਡੈਸਕ ਕਲਰਕਸ ਦੀਆਂ, ਫਰੰਟ ਡੈਸਕ ਸੁਪਰਵਾਈਜ਼ਰ ਦੀਆਂ, ਜਨਰਲ ਮੈਨੇਜਰਸ ਦੀਆਂ ਓਪਨਿੰਗਸ ਹੈਗੀਆਂ, ਰੂਮ ਕਲੀਨਰਸ ਦੀਆਂ, ਰੂਮ ਕਲੀਨਰ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ। ਸਾਰੇ ਬ੍ਰਾਂਡਡ ਹੋਟਲਸ ਹੈਗੇ ਨੇ, ਸਾਰੇ ਨੇਮ ਬ੍ਰਾਂਡ ਹੋਟਲਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਓਪਨਿੰਗਸ ਮੌਜੂਦ ਹੈ। ਘੱਟੋ ਘੱਟ ਗ੍ਰੇਡ 12 ਹੋਣਾ ਚਾਹੀਦਾ ਆ। ਆਈਲੈਟਸ ਦੇ ਵਿੱਚ ਘੱਟੋ ਘੱਟ 5 ਬੈਂਡ ਜੋਗੇ ਜ਼ਰੂਰ ਚਾਹੀਦੇ ਹੈਗੇ। ਜੇ ਫਰੰਟ ਡੈਸਕ ਵਾਸਤੇ ਜਾ ਰਹੇ ਹੋ ਤਾਂ ਤੁਹਾਨੂੰ ਬੈਂਡ ਰਿਕੁਆਇਰਮੈਂਟ ਤੁਹਾਡੀ ਜ਼ਿਆਦਾ ਹੈਗੀਆਂ। ਜੇ ਤੁਸੀਂ ਬੈਕ ਆਫਿਸ ਦੇ ਵਿੱਚ ਕੰਮ ਕਰਨਾ ਹੈ, ਅਸਿਸਟੈਂਟ ਕੁੱਕ, ਲਾਈਨ ਕੁੱਕ, ਪ੍ਰੈਪ ਕੁੱਕ ਦੇ ਤੌਰ ਤੇ ਜਾਂ ਰੂਮ ਕਲੀਨਰ ਦੇ ਤੌਰ ਤੇ ਈਵਨ 5 ਬੈਂਡਸ ਇਜ਼ ਗੁੱਡ ਇਨਫ। ਇਹ ਸਾਰੇ ਇੰਪਲੋਇਰ ਜਿਹੜੇ ਹੈਗੇ ਨੇ PNP ਕੁਆਲੀਫਾਈਡ ਇੰਪਲੋਇਰਸ ਹੈਗੇ ਨੇ। ਸਿਰਫ 1 ਸਾਲ ਕੰਮ ਕਰਨ ਤੋਂ ਬਾਅਦ, ਕੁਝ ਇੰਸਟੈਂਸਿਸ ਦੇ ਵਿੱਚ ਈਵਨ 3 ਮਹੀਨੇ ਕੰਮ ਕਰਨ ਤੋਂ ਬਾਅਦ ਤੁਹਾਡੀ
PNP ਦੀ ਫਾਈਲ ਲੱਗ ਸਕਦੀ ਹੈ। ਸੋ ਡਿਟੇਲਸ ਲੈਣ ਵਾਸਤੇ ICC ਨਾਲ ਆਪਣੀ ਸਾਡਾ CV ਸ਼ੇਅਰ ਕਰ ਲਓ ਐਂਡ ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ। ਐਂਡ ਜੇ ਮਿਡਲ ਈਸਟ ਦਾ ਐਕਸਪੀਰੀਅੰਸ ਹੈਗਾ, ਆਸਟ੍ਰੇਲੀਆ ਨਿਊਜ਼ੀਲੈਂਡ ਪੜ੍ਹਾਈ ਕਰਕੇ ਵਾਪਸ ਆ ਗਏ ਹੋਏ ਹੋ ਤੇ ਕਰਨਾ ਚਾਹੁੰਦੇ ਹੋ, ਓਪਰਚੁਨਿਟੀਜ਼ ਲੱਭ ਰਹੇ ਹੋ, ਨਿਊਜ਼ੀਲੈਂਡ ਦੇ ਉੱਤੇ ਹੁਣ ਬਹੁਤ ਸਾਰੇ ਘੱਟ ਐਪਲੀਕੈਂਟਸ ਹੋ ਗਏ ਨੇ ਬਿਕੋਜ਼ ਉੱਥੇ PR ਕਾਫੀ ਸਾਰੇ ਹੋ ਗਏ। ਹਾਂਜੀ, ਉੱਥੇ ਉਹ PR ਹੋ ਗਈ ਰਾਦਰ ਹਰ ਐਪਲੀਕੈਂਟ ਦੀ ਤਕਰੀਬਨ ਹੋ ਗਈ। ਆਸਟ੍ਰੇਲੀਆ ਵਾਲਿਆਂ ਵਾਸਤੇ ਹਾਲੇ ਵੀ ਓਪਰਚੁਨਿਟੀਜ਼ ਹੈਗੀਆਂ। ਸੋ ਜੇ ਆਸਟ੍ਰੇਲੀਅਨ ਐਕਸਪੀਰੀਅੰਸ, ਆਸਟ੍ਰੇਲੀਆ ਨੇ ਪੜ੍ਹਾਈ ਕੀਤੀ ਹੋਈ ਹੈ, ਆਸਟ੍ਰੇਲੀਆ ਐਕਸਪੀਰੀਅੰਸ ਹੈਗਾ, ਐਬਸੋਲੂਟਲੀ ਦਿਸ ਐਨ ਓਪਰਚੁਨਿਟੀ ਦੈਟ ਕੈਨ ਵਰਕ ਫॉर ਯੂ। ਸੋ ਹੌਸਪਿਟੈਲਿਟੀ ਸੈਕਟਰ ਦੇ ਵਿੱਚ ਕੋਈ ਵੀ ਟ੍ਰੇਡ ਦੇ ਵਿੱਚ ਕੰਮ ਕੀਤਾ ਹੋਇਆ ਆਪਣਾ CV ਸਾਨੂੰ ਫਾਰਵਰਡ ਕਰ ਦਿਓ। ਅਗੇਨ ਸਬਜੈਕਟ ਲਾਈਨ ਦੇ ਵਿੱਚ ਹੌਸਪਿਟੈਲਿਟੀ ਲਿਖ ਕੇ ਫਾਰਵਰਡ ਕਰਨਾ ਆ ਐਂਡ ਦਿਸ ਇਜ਼ ਅ ਆਪਸ਼ਨ। ਇਹਦੇ ਵਿੱਚ ਏਜ ਜ਼ਿਆਦਾ ਹੈਗੀ ਹੈ ਤਾਂ ਵੀ ਕੋਈ ਗੱਲ ਨਹੀਂ ਹੈਗੀ, ਤਾਂ ਵੀ ਤੁਹਾਡੀ PR ਪੋਸੀਬਲ ਹੈ ਐਂਡ ਵਿਦ ਫੈਮਿਲੀ ਤੁਸੀਂ PR ਵਾਸਤੇ ਕੁਆਲੀਫਾਈ ਕਰੋਗੇ। ਸੋ ਇਨਫੋਰਮੇਸ਼ਨ ਲੈਣ ਵਾਸਤੇ ਸੈਂਡ ਅਸ ਦ ਡਿਟੇਲਸ ਐਂਡ ਵੀ ਵਿਲ ਗੈਟ ਬੈਕ ਟੂ ਯੂ। ਅੱਛਾ ਮਨੂ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਨਵੇਂ ਅਟਲਾਂਟਿਕ ਤੋਂ ਆ, ਉੱਥੇ ਹੋ ਸਕਦਾ ਵੀ ਅਟਲਾਂਟਿਕ ਦੇ ਵਿੱਚ ਕੋਈ ਨਵੀਆਂ ਅਪਡੇਟਸ ਆਉਣ। ਤੇ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਵਰਕ ਪਰਮਿਟ ਦੀ, ਕਿਉਂਕਿ ਵਰਕ ਪਰਮਿਟ ਇਹ ਵੀ ਇੱਕ ਹੌਟ ਇਸ਼ੂ ਆਲਵੇਜ਼, ਕਿਉਂਕਿ ਵਿਜ਼ਟਰ ਆਉਂਦੇ ਨੇ ਉਹ ਵੀ ਕਈ ਵਾਰੀ ਚਾਹੁੰਦੇ ਨੇ ਵੀ ਸਾਨੂੰ ਵਰਕ ਪਰਮਿਟ ਮਿਲ ਜਾਵੇ। ਸੋ ਇਹਦੇ ਤੇ ਵੀ ਕੁਝ ਜਿਹੜੀ ਅਪਡੇਟ ਦਿਓ ਦਰਸ਼ਕਾਂ ਨੂੰ। ਸਿਮਰਤ ਜੀ, ਇਸ ਟਾਈਮ ਤੇ 7 ਲੱਖ ਦੇ ਆਸ-ਪਾਸ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਹੈ। ਅੱਛਾ ਜੀ। ਐਂਡ ਹਾਲੇ ਵੀ ਤਕਰੀਬਨ 1.25 ਲੱਖ ਫੋਰਨ ਵਰਕਰਸ ਦੀ ਸ਼ਾਰਟੇਜਸ ਹੈਗੀਆਂ। ਹੁਣ ਸ਼ਾਰਟੇਜਸ ਇਹ ਕੱਲਾ ਜਿਹੜਾ ਸੈਕਟਰ ਅਸੀਂ ਗੱਲ ਕਰੀਏ, ਫਾਰਮਿੰਗ ਸੈਕਟਰ ਇੱਕ ਇਹੋ ਜਿਹਾ ਸੈਕਟਰ ਹੈਗਾ, ਕੰਸਟਰਕਸ਼ਨ ਸੈਕਟਰ ਇਜ਼ ਅਨਦਰ ਜਿਹਦੇ ਵਿੱਚ ਸ਼ਾਰਟੇਜਸ ਹੈਗੀਆਂ, ਲੌਜਿਸਟਿਕਸ ਟਰੱਕਿੰਗ ਦੇ ਵਿੱਚ ਅਨਦਰ ਸ਼ਾਰਟੇਜਸ ਹੈਗੀਆਂ। ਉਸ ਤੋਂ ਬਾਅਦ ਅਸੀਂ ਹੌਸਪਿਟੈਲਿਟੀ ਸੈਕਟਰ ਦੇ ਵਿੱਚ ਆ ਜਾਈਏ, ਉਹਦੇ ਵਿੱਚ ਬੜੀਆਂ ਸ਼ਾਰਟੇਜਸ ਆ, ਹੈਲਥ ਕੇਅਰ ਦੇ ਵਿੱਚ ਬੜੀਆਂ ਸ਼ਾਰਟੇਜਸ ਹੈਗੀਆਂ, IT ਸੌਫਟਵੇਅਰ ਦੇ ਵਿੱਚ ਵੀ ਸ਼ਾਰਟੇਜਸ ਹੈਗੀਆਂ। ਸੋ ਹਰ ਤਕਰੀਬਨ ਖੇਤੇ ਦੇ ਵਿੱਚ ਸ਼ਾਰਟੇਜਸ ਹੈਗੀਆਂ ਇਸ ਟਾਈਮ ਤੇ ਐਂਡ 1.25 ਲੱਖ ਓਪਰਚੁਨਿਟੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ। ਹੁਣ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਸਿਮਰਤ ਜੀ, ਲਾਸਟ ਮੀਟਿੰਗ ਜਿਹੜੀ ਹੋਈ ਸੀ ਅਕਤੂਬਰ 21 ਨੂੰ ਹੋਈ ਸੀਗੀ, ਜਦੋਂ ਇਮੀਗ੍ਰੇਸ਼ਨ IRCC ਨੇ ਸਟੇਕ ਹੋਲਡਰਸ ਨੂੰ ਦੱਸਿਆ ਸੀਗਾ ਕਿ ਨਵਾਂ ਜਦ ਤੱਕ ਮੰਤਰੀ ਨਹੀਂ ਆਉਣਗੇ ਤਾਂ ਤੱਕ ਵੀ ਹੈਵ ਟੂ ਵੇਟ ਐਂਡ ਸੀ ਕਿ ਉਹਨਾਂ ਦੀ ਡਾਇਰੈਕਟਿਵਸ ਕਿਸ ਤਰ੍ਹਾਂ ਦੇ ਆਉਂਦੇ ਨੇ। ਹੁਣ ਨਵੇਂ ਇਮੀਗ੍ਰੇਸ਼ਨ ਮੰਤਰੀ ਆ ਚੁੱਕੇ ਨੇ, ਸਵੇਰਨ ਹੋ ਚੁੱਕੇ ਨੇ, ਆਪਣਾ ਉਹਨਾਂ ਨੇ ਸੰਭਾਲ ਲਿਆ ਹੈਗਾ, ਆਪਣੀ ਕੁਰਸੀ ਪੋਰਟਫੋਲੀਓ ਸੰਭਾਲ ਲਿਆ। ਸੋ ਵੀ ਆਰ ਐਕਸਪੈਕਟਿੰਗ ਤੇ ਹੁਣ ਫੋਕਸ ਵਾਪਸ ਫੋਰਨ ਵਰਕਰਸ ਦੇ ਉੱਤੇ ਚਲਾ ਜਾਏਗਾ, ਟੈਂਪਰੇਰੀ ਵਰਕਰਸ ਦੇ ਉੱਤੇ ਚਲਾ ਜਾਏਗਾ, ਇਮੀਗ੍ਰੈਂਟਸ ਦੇ ਉੱਤੇ ਚਲਾ ਜਾਏਗਾ ਜਿਨ੍ਹਾਂ ਦੇ ਕੋਲ ਜੌਬ ਆਫਰਸ ਹੈਗੀਆਂ। ਬਿਕੋਜ਼ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਜੌਬ ਆਫਰ ਕਿਸੇ ਕੋਲ ਹੋਵੇ, ਤੁਹਾਡਾ ਸਕੋਰ 350 ਵੀ ਹੈਗਾ ਤਾਂ ਵੀ ਆਫਿਸਰ ਨੂੰ ਲੱਗਦਾ ਹੈਗਾ ਕਿ ਵੀ ਸ਼ੁੱਡ ਬੀ ਗਿਵਿੰਗ them the visa। ਦਾ ਰੀਜ਼ਨ ਇਸ ਕਿ ਆ ਜਾ ਕੇ ਇਹਨਾਂ ਕੋਲ ਜੌਬ ਹੈਗੀ ਹੈ, ਰਾਈਟ ਵੇ ਸ਼ੁਰੂ ਕਰ ਸਕਦੇ ਨੇ। ਸੋ ਇਹਨਾਂ ਦੀ ਜਿਹੜੀ ਸੈਟਲਮੈਂਟ ਹੈਗੀ ਹੈ ਰਾਈਟ ਵੇ ਇਹਨਾਂ ਦੀ ਫੈਮਿਲੀ ਦੇ ਨਾਲ ਸ਼ੁਰੂ ਹੋ ਸਕਦੀ ਹੈ। ਸੋ ਇਹ ਅਪਰਚੁਨਿਟੀਜ਼ ਹੁੰਦੀਆਂ ਜੀ ਜੌਬ ਆਫਰ ਦੇ ਨਾਲ। ਬਿਕੋਜ਼ ਹੁਣ ਲਾਸਟ ਡਰਾ ਦੇਖੀਏ ਤਕਰੀਬਨ 7-8 ਹਫ਼ਤੇ ਹੋ ਚੁੱਕੇ ਨੇ, 462 ਤੇ ਲਾਸਟ ਡਰਾ ਗਿਆ ਸੀ, ਉਹ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ। ਸੋ ਹਾਲੇ ਤੱਕ ਬਾਹਰ ਵਾਲੇ ਐਪਲੀਕੈਂਟਸ ਦੇ ਉੱਤੇ ਫੋਕਸ ਨਹੀਂ ਆਇਆ, ਬਟ ਜੇ ਤੁਹਾਨੂੰ ਜੌਬ ਆਫਰ ਮਿਲਦੀ ਹੈ ਇਟ ਵਿਲ ਬੀ ਅ ਬਿਗ ਥਿੰਗ ਫॉर ਯੂ ਐਂਡ ਤੁਸੀਂ ਆ ਕੇ ਇੱਥੇ PR ਵਾਸਤੇ ਆਰਾਮ ਨਾਲ ਕੁਆਲੀਫਾਈ ਹੋ ਸਕਦੇ ਹੋ। ਐਂਡ PNP ਪ੍ਰੋਗਰਾਮਸ ਵੀ ਇਹੋ ਜਿਹੇ ਪ੍ਰੋਗਰਾਮਸ ਹੈਗੇ ਨੇ ਸਿਮਰਤ ਜੀ ਜਿੱਥੇ ਵਿੱਚ PR ਹੋਣਾ ਰਿਲੇਟਿਵਲੀ ਆਸਾਨ ਹੈਗਾ। ਸੋ ਜਿੰਨੇ ਵੀ ਸਾਨੂੰ ਦੋਸਤ ਸੁਣ ਰਹੇ ਨੇ, ਜੌਬ ਆਫਰਸ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ, ਜਾਂ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ ਐਂਡ ਤੁਹਾਡੇ ਕੋਲ ਸ਼ਾਰਟੇਜਸ ਤੁਸੀਂ ਵੀ ਫੀਲ ਕਰ ਰਹੇ ਹੋ, ਤੇ ICC ਨਾਲ ਕੰਟੈਕਟ ਕਰੋ। ਬਿਕੋਜ਼ ਸਾਡੇ ਕੋਲ ਕਾਫੀ CVs ਆਉਂਦੇ ਰਹਿੰਦੇ ਨੇ, ਅਸੀਂ ਤੁਹਾਨੂੰ ਫਾਰਵਰਡ ਕਰਾਂਗੇ, ਇੰਟਰਵਿਊ them and if you like them we can process their application for you। ਐਂਡ ਸਿਮਰਤ ਜੀ ਅਕ੍ਰੋਸ ਕੈਨੇਡਾ ਸਾਡੇ ਕੋਲ ਬੇਇੰਤਹਾ ਓਪਰਚੁਨਿਟੀਜ਼ ਅੱਜ ਦੀ ਤਰੀਕ ਦੇ ਵਿੱਚ ਆਉਂਦੀਆਂ ਰਹਿੰਦੀਆਂ। EMPLOYERS ਆ ਕੇ ਖੁਦ ਕਹਿੰਦੇ ਨੇ, ਬਿਕੋਜ਼ ਹੌਸਪਿਟੈਲਿਟੀ ਦੇ ਵਿੱਚ ਜਿਹੜੇ ਰਿਮੋਟ ਏਰੀਆ ਦੇ ਵਿੱਚ ਬੈਠੇ ਹੋਏ ਉਹਨਾਂ ਨੂੰ ਪਤਾ ਹੈ ਕਿ ਉਹ ਆਪ ਹਰ ਜਗ੍ਹਾ 24 ਘੰਟੇ ਨਹੀਂ ਖੜੇ ਹੋ ਸਕਦੇ। ਸੋ ਉਹਨਾਂ ਦਾ ਬਿਜ਼ਨਸ ਸਫਰ ਹੁੰਦਾ ਹੈਗਾ। ਇਸੇ ਤਰ੍ਹਾਂ ਹੈਲਥ ਸੈਕਟਰ ਦੇ ਵਿੱਚ, ਲੌਂਗ ਟਰਮ ਕੇਅਰ ਹੋਲਡ ਦੇ ਵਿੱਚ EMPLOYER ਜਿਹੜਾ ਹੈਗਾ ਜਾਂ ਮੈਨੇਜਰ ਆਪ ਹੈਗਾ ਕਿੰਨੇ ਘੰਟੇ ਆਪ ਲਗਾ ਲੇਗਾ। ਸੋ ਦੇ ਨੀਡ ਪੀਪਲ ਟੂ ਵਰਕ ਫॉर them। ਇਸੇ ਤਰ੍ਹਾਂ ਫਾਰਮ ਲੇਬਰਸ ਦੇ ਵਿੱਚ ਸੇਮ ਹਾਲ ਹੈਗਾ ਜੀ। ਫਾਰਮ ਦੇ ਵਿੱਚ ਜਿਹੜੀ ਸ਼ਾਰਟੇਜਸ ਹੈਗੀਆਂ ਉਹ ਲੇਬਰ ਨਹੀਂ ਪੂਰੀਆਂ ਕਰਨੀਆਂ, IT ਦੀਆਂ ਸ਼ਾਰਟੇਜਸ ਹੈਗੀਆਂ ਉਹ IT ਵਰਕਰਸ ਨਹੀਂ ਪੂਰੀਆਂ ਕਰਨੀਆਂ, ਸੌਫਟਵੇਅਰ ਵਾਲਿਆਂ ਨੇ ਪੂਰੀਆਂ ਕਰਨੀਆਂ। ਸੋ ਓਪਰਚੁਨਿਟੀ ਬਹੁਤ ਸਾਰੀਆਂ ਹੈਗੀਆਂ। ਜੇ ਤੁਸੀਂ EMPLOYER ਹੈਗੇ ਹੋ, ਆਪਣੀ ਰਿਕੁਆਇਰਮੈਂਟ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, info@iccmiggration.ca and we can assist you and guide you in finding appropriate workforce for you। and ਉਹਦੇ ਵਾਸਤੇ PR LMI ਦੀ ਪ੍ਰੋਸੈਸ ਵਾਸਤੇ ਕਿਸ ਤਰ੍ਹਾਂ ਹੈਲਪ ਚਾਹੀਦੀ, ਉਹ we will be doing it right from the scratch for you and helping you out and ਸਾਨੂੰ ਸਟੈਪ ਬਾय ਸਟੈਪ ਗਾਈਡ ਕਰਦੇ ਰਵਾਂਗੇ। ਸੋ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ ਇਨਫੋਰਮੇਸ਼ਨ ਲੈਣ ਵਾਸਤੇ ਰੀਚ ਆਊਟ ਟੂ ਅਸ। ਬਿਲਕੁਲ ਜੀ, ਜਿਵੇਂ ਕਿ ਮਨੂ ਦੱਤਾ ਉਹਨਾਂ ਨੇ ਦੱਸਿਆ ਵੀ ਅਗਰ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਸਵਾਲ ਹੈ ਜਾਂ ਕੋਈ ਤੁਸੀਂ ਕੇਸ ਇਹਨਾਂ ਦੇ ਨਾਲ ਡਿਸਕਸ ਕਰਨਾ ਚਾਹੁੰਦੇ ਤਾਂ ਜ਼ਰੂਰ ਇਹਨਾਂ ਦੇ ਆਫਿਸ, ਇਹਨਾਂ ਦੇ ਨਾਲ ਈਮੇਲ ਤੇ ਵੀ ਆਪਣੀ ਇਨਫੋਰਮੇਸ਼ਨ ਭੇਜ ਸਕਦੇ ਹੋ ਜਾਂ ਆਫਿਸ ਇਹਨਾਂ ਦੇ ਫੋਨ ਕਰਕੇ ਵੀ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ। ਅੱਛਾ ਮਨੂ ਜੀ, ਪਿੱਛੇ ਜਿਹੇ ਜਿਹੜੇ ਪੇਰੈਂਟਸ ਦੀ ਐਪਲੀਕੇਸ਼ਨਸ ਦੀ ਗੱਲ ਚੱਲੀ ਸੀ, ਸੋ ਇਹਦੇ ਵਿੱਚ ਵੀ ਹੁਣ ਕੋਈ ਨਵੀਂ ਕਿੱਥੇ ਖੜਾ ਇਹ ਜਿਹੜਾ ਕੈਟਾਗਰੀ ਆ, ਕੀ ਅਪਡੇਟਸ ਨੇ ਇਹਦੇ ਵਿੱਚ? ਸਿਮਰਤ ਜੀ,
ਸੈਪਟੈਂਬਰ ਦੇ ਲਾਸਟ ਵੀਕ ਤੋਂ ਸ਼ੁਰੂ ਹੋਇਆ ਸੀਗਾ ਜੀ। ਹਾਂਜੀ। ਸੈਪਟੈਂਬਰ 24 ਤੋਂ ਇਨਵੀਟੇਸ਼ਨਸ ਆਣੇ ਸ਼ੁਰੂ ਹੋਏ ਸੀ ਐਂਡ ਅਕਤੂਬਰ ਦੀ 4 ਤਰੀਕ ਤੱਕ ਇਨਵੀਟੇਸ਼ਨ ਆਏ ਨੇ। ਹਾਂਜੀ। ਸੋ ਜਿੰਨੇ ਵੀ ਦੋਸਤਾਂ ਨੂੰ ਆਏ ਨੇ 60 ਡੇਜ਼ ਦਾ ਟਾਈਮ ਸੀਗਾ ਤੁਹਾਨੂੰ ਐਪਲੀਕੇਸ਼ਨ ਸਬਮਿਟ ਕਰਨ ਦਾ। ਜਿਨ੍ਹਾਂ ਨੇ ਕਰ ਦਿੱਤੀ ਹੈ ਗ੍ਰੇਟ, ਬਿਕੋਜ਼ ਤੁਸੀਂ ਰੀਅਲੀ ਇੱਕ ਲੋਟਰੀ ਜਿੱਤੀ ਸੀਗੀ ਤਾਂ ਹੀ ਤੁਹਾਨੂੰ ਇਹ ਓਪਰਚੁਨਿਟੀ ਮਿਲੀ ਸੀਗੀ। ਸੋ ਜੇ ਨਹੀਂ ਕੀਤੀ ਤੇ ਤੁਹਾਡੇ ਕੋਲ 2 ਤੋਂ 3 ਹਫ਼ਤੇ ਦਾ ਟਾਈਮ ਰਹਿ ਗਿਆ ਹੈਗਾ ਐਂਡ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਤੇ ICC ਦੇ ਨਾਲ ਕੰਟੈਕਟ ਕਰ ਸਕਦੇ ਹੋ ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਐਂਡ ਇਹਦੇ ਨਾਲ ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਸਿਮਰਤ ਜੀ ਸ਼ੇਅਰ ਕਰਨਾ ਚਾਹਾਂਗਾ ਕਿ ਜਿੰਨੇ ਵੀ ਬਿਜ਼ਨਸਮੈਨ ਇਸ ਟਾਈਮ ਹੈਗੇ ਨੇ, ਇੰਡੀਆ, ਪਾਕਿਸਤਾਨ, ਮਿਡਲ ਈਸਟ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੈਟਲਡ ਹੈਗੇ ਹੋ ਐਂਡ ਯੂ ਲੁਕਿੰਗ ਫॉर ਓਪਰਚੁਨਿਟੀਜ਼ ਟੂ ਸੈਟਲ ਇਨ ਕੈਨੇਡਾ। ਕੈਨੇਡਾ ਇਜ਼ ਵਨ ਆਫ ਦਾ ਲੈਂਡ ਆਫ ਓਪਰਚੁਨਿਟੀਜ਼, ਬਿਕੋਜ਼ ਇੱਥੇ ਆ ਕੇ ਤੁਸੀਂ ਦੇਖੋ ਕਿ ਹਰ ਦੋ ਹੀ ਟੈਚੀ ਲੈ ਕੇ ਆਇਆ, ਬਟ ਦੇਖੋ ਕਿ ਕਿੰਨੀਆਂ ਐਸਟੈਬਲਿਸ਼ਮੈਂਟ ਸਾਡੇ ਸਾਊਥ ਏਸ਼ੀਅਨਸ ਨੇ ਇੱਥੇ ਆ ਕੇ ਮੱਲਾ ਮਾਰੀਆਂ ਵੱਡੇ ਬਿਜ਼ਨਸ ਕਿੰਨੇ ਐਬਸੋਲੂਟਲੀ ਅਰਬਾਂ ਖਰਬਾਂ ਦੇ ਬਿਲੀਅਨਸ ਆਫ ਡਾਲਰਸ ਦੇ ਬਿਜ਼ਨਸ ਐਸਟੈਬਲਿਸ਼ ਕੀਤੇ ਨੇ। ਸੋ ਜੇ ਤੁਸੀਂ ਓਪਰਚੁਨਿਟੀਜ਼ ਲੱਭ ਰਹੇ ਹੋ, ICC ਨਾਲ ਡਿਸਕਸ ਕਰ ਸਕਦੇ ਹੋ। ਵੀ ਕੈਨ ਲੁੱਕ ਐਟ ਯੋਰ ਪ੍ਰੋਸਪੈਕਟਸ, ਤੁਹਾਡੇ ਡਾਕੂਮੈਂਟੇਸ਼ਨਸ ਤੇ ਲੁੱਕ ਅਪ ਕਰਕੇ ਵੀ ਕੈਨ ਟੈਲ ਯੂ ਕਿ ਇੰਟਰਾ ਕੰਪਨੀ ਵੁੱਡ ਬੀ ਦਾ ਵਨ ਦੈਟ ਵਿਲ ਵਰਕ ਫॉर ਯੂ, PNP ਵੁੱਡ ਬੀ ਦਾ ਵਨ ਦੈਟ ਵਿਲ ਵਰਕ ਫॉर ਯੂ, ਜਾਂ ਫਿਰ ਸਟਾਰਟਅਪ ਵੁੱਡ ਬੀ ਦਾ ਵਨ ਦੈਟ ਵਿਲ ਵਰਕ ਫॉर ਯੂ, ਜਾਂ ਫਿਰ ਓਨਰ ਆਪਰੇਟਰ ਵੁੱਡ ਬੀ ਦਾ ਵਨ ਦੈਟ ਵਿਲ ਵਰਕ ਫॉर ਯੂ। ਸੋ ਡਿਟੇਲਸ ਵਾਸਤੇ ਸਾਡੀ ਆਪਣੀਆਂ ਸ਼ੇਅਰਸ ਕਰੋ, ਆਪਣੀਆਂ ਡਾਕੂਮੈਂਟੇਸ਼ਨ ਸ਼ੇਅਰ ਕਰੋ, 3 ਸਾਲ ਦੇ ਫਾਈਨੈਂਸ਼ੀਅਲਸ, ਵੈਬਸਾਈਟ ਦੀ ਡਿਟੇਲਸ ਐਂਡ ਆਪਣੇ CVs, ਆਪਣੇ ਪ੍ਰੋਫਾਈਲਸ ਸ਼ੇਅਰ ਕਰੋ ਐਂਡ ਵੀ ਵਿਲ ਗਾਈਡ ਯੂ ਕਿ ਕਿਹੜੀ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ। ਬਿਕੋਜ਼ देयर आर सर्टन थिंग्स वी लुक इनटू इट कि एज कितनी हैगी है, एजुकेशन कितनी हैगी है, ਤੁਹਾਡੀ ਲੈਂਗੁਏਜ ਸਕਿੱਲਸ ਕਿਸ ਤਰ੍ਹਾਂ ਦੀਆਂ ਹੈਗੀਆਂ, ਵਰਕ ਪਰਮਿਟ ਤੇ ਲਿਆ ਕੇ ਤੁਸੀਂ PR ਪੋਸੀਬਲ ਹੋਏਗੀ ਜਾਂ ਨਹੀਂ ਹੋਏਗੀ। ਸੋ ਇਹ ਸਾਰੀ ਚੀਜ਼ਾਂ ਨੂੰ ਵੈਲੂਏਟ ਕਰਕੇ ਵੀ ਟੈਲ ਯੂ ਕਿ ਦਿਸ ਇਜ਼ ਐਨ ਓਪਰਚੁਨਿਟੀ ਦੈਟ ਵਿਲ ਬੈਸਟ ਵਰਕ ਫॉर ਯੂ। ਸੋ ਇਮੀਗ੍ਰੇਸ਼ਨ ਐਡਵਾਈਸ ਵਾਸਤੇ ਯੂ ਕੈਨ ਰੀਚ ਅਸ ਆਊਟ ਐਟ info@iccimmigration.ca ਜਾਂ ਫਿਰ ਸਾਡਾ ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈ 6478509000। ਮਨੂ ਜੀ, ਅੱਜ ਸਟੂਡੀਓ ਵਿੱਚ ਹਾਜ਼ਰ ਹੋਣ ਲਈ ਤੇ ਇੰਨੀਆਂ ਇਮੀਗ੍ਰੇਸ਼ਨ ਟਿਪਸ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਸਿਮਰਤ ਜੀ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਇਮੀਗ੍ਰੇਸ਼ਨ ਗੁਰੂ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।